ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਹਾਲ ਜੀ? ਠੀਕ ਠਾਕ ਹੋ? ਉਹਦਾ ਕਾਰਨ ਕਈ ਵਾਰੀ ਸਾਨੂੰ ਇਹ ਵੀ ਸਵਾਲ ਕਰਦੇ ਆ ਵੀ ਹਜੇ ਜਦ ਇੱਥੇ ਆਇਆ ਕੋਈ ਨਹੀਂ ਵੀ ਇਹ ਇੱਥੇ ਚਾਣੀਆਂ ਲਾ ਕੇ ਬਹਿਣ ਦਾ ਕਾਰਨ ਕੀ ਆ। ਉਹਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਜਿੱਦਾਂ ਕਹਿੰਦੇ ਦੁੱਧ ਦਾ ਜਲਿਆ ਲੱਸੀ ਨੂੰ ਠੂਕਾ ਮਾਰ ਕੇ ਪੀਂਦਾ। 2015 ਦੇ ਵਿੱਚ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਤੇ ਗੁਰਪ੍ਰਤਾਪ ਬਡਾਲਾ MLA ਸੀ, ਵੋਟਾਂ ਉਹਨੇ ਵੀ ਇੱਦਾਂ ਲਈਆਂ ਸੀ ਜਦੋਂ ਤੁਹਾਡੇ ਕੋਲ ਆਏ ਸੀ ਵੀ ਸਾਨੂੰ ਵੋਟਾਂ ਪਾ ਦਿਓ, ਤੁਹਾਡੀ ਜ਼ਮੀਨਾਂ ਤੁਹਾਡੇ ਨਾਂ ਤੇ ਪੱਕੀਆਂ ਕਰ ਦੇਣੀਆਂ। ਪਰ ਉਦੋਂ ਬੇਈਮਾਨੀ ਸਰਕਾਰ ਦੀ ਇਹ ਹੋ ਗਈ ਤੇ ਅਚਨਚੇਤ ਤੁਹਾਨੂੰ ਦੱਸਿਆ ਨਾ ਪੁੱਛਿਆ ਪੁਲਿਸ ਦੀਆਂ ਧਾੜਾਂ, ਤਹਿਸੀਲਦਾਰ, SDM, ਹੋਰ ਕਹਿਣ ਦਾ ਭਾਵ ਸਿਵਲ ਤੇ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਹ ਤੁਹਾਡੇ ਕਿਹਨਾਂ ਹਾਲਤਾਂ ਦੇ ਵਿੱਚ ਆਇਆ, ਤੁਹਾਡੇ ਤੇ ਹਮਲੇ ਕੀਤੇ ਤੇ ਤੁਸੀਂ ਉਹਨਾਂ ਹਮਲਿਆਂ ਦਾ ਮੁਕਾਬਲਾ ਕਿੱਦਾਂ ਕੀਤਾ, ਉਹ ਕਿਸੇ ਨੂੰ ਭੁਲੇਖਾ ਨਹੀਂ। ਹੁਣ ਵੀ ਜਦੋਂ 2-3 ਇੱਦਾਂ ਦੀਆਂ ਘਟਨਾਵਾਂ ਵਾਪਰੀਆਂ, ਜਿੱਦਣ ਰੇਡ ਕੀਤੀ ਆ ਇੱਥੇ ਗੰਨੇ ਪਿੰਡ, ਪੁਲਿਸ ਇਕੱਠੀ ਹੋ ਗਈ, ਲੋਕਾਂ ਨੂੰ ਜਦ ਇਹ ਪਤਾ ਲੱਗਾ ਵੀ ਅੱਜ ਪੁਲਿਸ ਇਕੱਠੀ ਹੁੰਦੀ ਬਿਲਗੇ ਥਾਣੇ ਦੇ ਵਿੱਚ ਤਾਂ ਆਟੋਮੈਟਿਕ ਸੀ ਵੀ ਲੋਕਾਂ ਨੂੰ ਉਹ ਚੇਤਾ ਆ ਗਿਆ ਦਿਨ 2015 ਵਾਲਾ ਜਦੋਂ ਸਿਰ ਵੀ ਲੋਕਾਂ ਦੇ ਪਾਟੇ, ਸੱਟਾਂ ਵੀ ਲੱਗੀਆਂ ਵੀ ਜਿਹੜੀ ਪੁਲਿਸ ਹੁੰਦੀ ਸ਼ਾਇਦ ਸਾਡੇ ਤੇ ਹਮਲਾ ਕਰਨ ਲਈ ਆਉਣ ਲੱਗੀ ਹੈ। ਉਦੋਂ ਵੀ ਪਿੰਡ ਜ਼ਬਰਦਸਤ ਇਕੱਠਾ ਹੋ ਗਿਆ। ਫਿਰ ਜਿੱਦਣ ਇੱਥੇ ਇੱਕ ਦਿਨ ਫੇਰ ਰੌਲਾ ਪੈ ਗਿਆ ਵੀ ਤਾਲਵਣ ਮੰਡੀ 'ਚ ਪੁਲਿਸ ਇਕੱਠੀ ਹੁੰਦੀ ਆ, ਸਾਨੂੰ ਇਹਨਾਂ ਦਾ 7 ਵਜੇ ਟੈਲੀਫੋਨ ਆ ਗਿਆ ਵੀ ਉੱਥੇ ਇਕੱਠੀ ਹੁੰਦੀ, ਅਸੀਂ ਉਦੋਂ ਫਟਾਫਟ ਇੱਥੇ ਆ ਗਏ। ਕਹਿਣ ਦਾ ਭਾਵ ਆ ਲੋਕਾਂ ਦੇ ਮਨ ਦੇ ਵਿੱਚ ਇੱਕ ਡਰ ਆ ਵੀ ਕਿਤੇ ਉੱਦਾਂ ਵਾਲਾ ਦੌਰ ਕਿਤੇ ਫੇਰ ਨਾ ਆ ਜਾਵੇ। ਅਤੇ ਸਾਨੂੰ ਇਹ ਵੀ ਚਿੰਤਾ ਆ ਵੀ ਇਸ ਲੜਾਈ ਦੇ ਵਿੱਚ ਕਿਸੇ ਕਿਸਮ ਦਾ ਲੋਕਾਂ ਦਾ ਨੁਕਸਾਨ ਨਾ ਹੋਵੇ। ਪਰ ਨਾਲ ਇਹ ਗੱਲ ਆ ਵੀ ਲੋਕਾਂ ਦਾ ਇਹ ਤਾਂ ਮਨ ਪੱਕਾ ਬਣਿਆ ਹੀ ਆ ਵੀ ਜਦੋਂ ਸਾਡੇ ਹੱਥੋਂ ਰੋਜੀ ਰੋਟੀ ਖੁੱਸਣੀ ਆ ਫਿਰ ਆਪਣੀ ਜ਼ਮੀਨ ਨੂੰ ਬਚਾਉਣ ਦੇ ਲਈ ਲੋਕ ਹਰ ਹਾਲਤ ਤੱਕ, ਹਰ ਹੱਦ ਤੱਕ ਲੜਨ ਲਈ ਤਿਆਰ ਆ। ਮੈਂ ਤੁਹਾਨੂੰ ਬੇਨਤੀ ਇਹ ਕਰਨੀ ਆ, DG ਜੀ ਬੈਠੇ ਸਾਡੇ 'ਚ, ਇੱਕ ਅਸੀਂ ਇਹ ਵੀ ਪਿੱਛੋਂ ਅਸੀਂ ਸੋਸ਼ਲ ਮੀਡੀਆ 'ਤੇ ਵੀ ਸਾਰਾ ਪਹਿਲਾਂ ਸਪਸ਼ਟ ਕਰ ਚੁੱਕੇ ਹਾਂ ਵੀ ਇਹ ਜਿਹੜੇ ਲੋਕ ਆ ਇਹ ਕੋਈ ਉਹ ਕਬਜ਼ਾਧਾਰੀ ਨਹੀਂ ਹੈ ਜਿਨ੍ਹਾਂ ਨੇ ਕੋਈ ਕਬਜ਼ੇ ਲੋਕਾਂ ਦੇ ਖਰੀਦੇ ਹੋ ਆ। ਮੰਡ ਦੇ ਵਿੱਚ ਬਹੁਤ ਇੱਦਾਂ ਦੇ ਲੋਕ ਵੀ ਆ ਜਿਨ੍ਹਾਂ ਨੇ 100 ਖੱਤਾ ਬਣਾਇਆ ਆ। ਦੂਜਿਆਂ ਜਿਹਨੀ ਪਹਿਲਾਂ ਅਸਲ ਕਬਜ਼ਾਧਾਰੀ ਸੀ ਉਹ ਗਰੀਬੀ ਦੇ ਮਾਰੇ ਜਾਂ ਉਹਨੇ ਕਿਸੇ ਨੇ ਧੀ ਵਿਆਹੁਣੀ, ਪੁੱਤ ਵਿਆਹੁਣਾ, ਆਪਣਾ ਜ਼ਮੀਨ ਉਹ ਵੇਚ ਕੇ ਪੈਸੇ ਵਾਲੇ ਲੋਕਾਂ ਨੇ ਖਰੀਦ ਲਈ। ਇਹ ਕਬਜ਼ਾਧਾਰੀ ਜਾਂ ਇਹਨਾਂ ਨੂੰ ਕਹਿ ਲਓ ਕਬਜ਼ਾਧਾਰੀ ਨਹੀਂ, ਮੈਂ ਲਫ਼ਜ਼ ਲੈਂਦਾ, ਇਹ ਕਾਸ਼ਤਕਾਰ ਲੋਕ ਆ। ਇਹਨਾਂ ਦੇ ਬਜ਼ੁਰਗਾਂ ਨੇ ਕਾਹੀ ਕਾਨੇ ਪੱਟ ਕੇ, ਅਸੀਂ ਵੀ ਉਹ ਦੌਰ ਘੱਟ ਦੇਖਿਆ, ਮੇਰੇ ਤੋਂ ਸ਼ਾਇਦ ਜਿਹੜੇ 5-7 ਸਾਲ ਵੱਡੇ ਹੋਣ ਉਹਨੇ ਸਾਰਾ ਦੇਖਿਆ ਵੀ ਜਦੋਂ ਇੱਥੇ ਕੋਈ ਬਣਨ ਲਈ ਤਿਆਰ ਨਹੀਂ ਸੀ, ਇਹ ਸਾਰੀ ਜ਼ਮੀਨ ਇਹਨਾਂ ਦੇ ਬਜ਼ੁਰਗਾਂ ਨੇ ਪੱਟ ਕੇ ਕਾਹੀਆਂ ਪੱਟੇ। ਉਦੋਂ ਨਾ ਮਸ਼ੀਨਰੀ ਸੀ, ਹੱਥੀਂ ਆਬਾਦ ਕੀਤੀ। ਉਹ ਆਬਾਦ ਕਰਦਿਆਂ ਤੇ ਜ਼ਮੀਨ ਸਾਨੂੰ ਸਾਰਿਆਂ ਨੂੰ ਪਤਾ ਵੀ ਜਾਨੀ ਨੁਕਸਾਨ ਵੀ ਹੋਏ ਹੋਣੇ ਆ, ਬੱਚੇ ਵੀ ਅਨਪੜ੍ਹ ਰੱਖੇ। ਅੱਜ ਵੀ ਹਾਲਤ ਇੱਦਾਂ ਦੀ ਆ ਵੀ ਆ ਜਿਹੜੇ ਪਿਛਲੇ ਅਸੀਂ ਜਿੱਥੇ ਪਿੰਡਾਂ 'ਚ ਬੈਠੇ ਹਾਂ ਮੇਰੇ ਖਿਆਲ 10-12 ਕਿਲੋਮੀਟਰ ਦਾ ਫਰਕ ਨਹੀਂ। ਜਦੋਂ ਅਸੀਂ ਇੱਥੇ ਆਉਂਦੇ ਹਾਂ ਸਾਨੂੰ ਇਹ ਲੱਗਦਾ ਵੀ ਕਿਤੇ ਇਹ ਲੋਕ ਵੀ ਸਾਡੇ ਵਿੱਚੋਂ ਬੜੀ ਮਾੜੀ ਲੋਕਾਂ ਦੀ। ਅਸੀਂ ਬੀਬੀ ਹੁਣਾਂ ਤੋਂ ਇਹ ਵਿਸ਼ਵਾਸ ਕਰਦੇ ਹਾਂ ਵੀ ਜਿੱਦਾਂ ਲੋਕਾਂ ਨੇ ਤੁਹਾਡੇ ਤੇ ਭਰੋਸਾ ਵਰਤ ਕਰਕੇ ਤੁਹਾਨੂੰ ਵੋਟਾਂ ਪਾਈਆਂ, ਹੁਣ ਤੁਸੀਂ ਇਹਨਾਂ ਦੀ ਬਾਂਹ ਫੜੋ। ਪਹਿਲੀਆਂ ਸਰਕਾਰਾਂ ਨੇ ਬੜੇ ਵਾਰ-ਵਾਰ ਇਹਨਾਂ ਨੂੰ ਉਜਾੜਨ ਦੀ ਕੋਸ਼ਿਸ਼ ਕੀਤੀ। ਪਹਿਲੀਆਂ ਪੁਰਾਣੀਆਂ ਜਦੋਂ ਦਰਬਾਰਾ ਸਹੁੰ ਦੀ ਸਰਕਾਰ ਸੀ, ਅਸੀਂ ਤਾਂ ਬਿਲਕੁਲ ਛੋਟੇ ਸੀ ਉਦੋਂ ਵੀ ਧਾੜਾਂ ਪੁਲਿਸ ਦੀਆਂ ਇਹਨਾਂ ਤੋਂ ਕਬਜ਼ੇ ਲੈਣ ਆਉਂਦੀਆਂ ਰਹੀਆਂ, ਪਰ ਲੋਕਾਂ ਨੇ ਮੁਕਾਬਲਾ ਕੀਤਾ, ਕਿਸੇ ਸਮਾਂ ਸਰਕਾਰਾਂ ਨੂੰ ਲਾਗੇ ਨਹੀਂ ਲੱਗਣ ਦਿੱਤਾ। ਉਦੋਂ ਬਾਅਦ 10 ਸਾਲ ਅਕਾਲੀ ਰਹੇ ਆ, 5 ਸਾਲ ਮੁੜ ਕੇ ਕਾਂਗਰਸ ਲਾਰੇ ਲਾਉਂਦੀ ਰਹੀ ਆ। ਹੁਣ ਤੁਹਾਨੂੰ ਮੌਕਾ ਮਿਲਿਆ, ਹੁਣ ਤੁਸੀਂ ਇਹਨਾਂ ਲੋਕਾਂ ਦੀ ਬਾਂਹ ਫੜੋ ਜਿੱਦਾਂ ਇਹਨਾਂ ਨੇ ਤੁਹਾਡੇ ਤੇ ਵਿਸ਼ਵਾਸ ਪ੍ਰਗਟ ਕੀਤਾ, ਉੱਦਾਂ ਹੀ ਉਹ ਵਿਸ਼ਵਾਸ ਨੂੰ ਬਹਾਲ ਰੱਖੀਏ। ਇਹਨਾਂ ਲੋਕਾਂ ਨੂੰ ਜਿਹੜਾ ਉਜਾੜਾ ਇਹਨਾਂ ਦਾ ਬੰਦ ਕਰੀਏ, ਨਾ ਕਰੀਏ। ਇਹਨਾਂ ਲੋਕਾਂ ਨੂੰ ਸਾਡੀ ਬਣਦੀ ਤਾਂ ਇਹ ਆ ਵੀ ਇਹਨਾਂ ਨੂੰ ਆਪਾਂ ਮਾਲਕੀ ਹੱਕ ਦਿੱਤੇ ਜਾਣ। ਜਿੱਦਾਂ ਮੇਰੇ ਬਜ਼ੁਰਗ, ਛੋਟੇ ਵੱਡੇ ਵੀਰ, ਮੇਰੀਆਂ ਸਤਿਕਾਰ ਦੀਆਂ ਮਾਵਾਂ ਭੈਣਾਂ, ਸਭ ਤੋਂ ਪਹਿਲਾਂ ਤਾਂ ਮੈਨੂੰ ਬਹੁਤ ਦੁੱਖ ਹੈ ਇਸ ਗੱਲ ਦਾ ਕਿ ਵੀ ਤੁਹਾਨੂੰ ਇੰਨੇ ਦਿਨਾਂ ਤੋਂ ਇੱਥੇ ਤੁਸੀਂ ਬੈਠੇ ਹੋਏ ਇਸ ਤਕਲੀਫ ਦਾ ਸਾਹਮਣਾ ਕਰਨਾ ਪਿਆ। ਔਰ ਮੈਂ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਇਹ ਤੁਹਾਨੂੰ ਗੱਲ ਕਹਿਣੀ ਕਿ ਮੈਨੂੰ ਇਹ ਕੱਲ੍ਹ ਪਤਾ ਲੱਗਾ ਕਿ ਤੁਸੀਂ ਇੱਥੇ ਪੱਕਾ ਧਰਨਾ ਲਾ ਕੇ ਬੈਠੇ। ਤੁਹਾਡੇ ਵਿੱਚੋਂ ਕਿਸੇ ਨੇ ਵੀ ਇੱਕ ਵੀ ਜਾ ਕੇ ਬੰਦੇ ਨੇ ਮੈਨੂੰ ਇਹ ਨਹੀਂ ਦੱਸਿਆ ਕਿ ਵੀ ਇੱਥੇ ਤੁਸੀਂ ਪੱਕਾ ਧਰਨਾ ਲਾ ਕੇ ਬੈਠੇ ਹੋ। ਮੈਂ ਤੁਹਾਨੂੰ ਇੱਕ ਦਿਨ ਨਾ ਬੈਠਣ ਦਿੰਦੀ। ਜਿੱਦਣ ਤੁਸੀਂ ਪਹਿਲਾਂ ਮੈਂ ਮੀਟਿੰਗ ਇੱਥੇ ਰੱਖੀ ਸੀ ਕਿ ਮੈਂ ਆਉਣਾ, ਇਕੱਠ ਕੀਤਾ ਸੀ ਤੁਸੀਂ ਸਾਰਿਆਂ ਨੇ, ਔਰ ਮੈਨੂੰ ਉਸ ਦਿਨ ਮੈਂ ਸੁਨੇਹਾ ਭੇਜਿਆ ਸੀ ਕਿ ਲੇਟ ਹੋ ਰਹੀ ਹਾਂ, ਮੈਨੂੰ ਪਹੁੰਚਣ ਨੂੰ 8 ਵੱਜ ਜਾਣੇ ਆ। 8 ਵਜੇ ਤੱਕ ਤੁਸੀਂ ਸਾਰੇ ਨਹੀਂ ਪਹੁੰਚ ਸਕਦੇ ਕਿਉਂਕਿ ਚੰਡੀਗੜ੍ਹ ਮੀਟਿੰਗ ਦੇ ਵਿੱਚ ਸੀ। ਚੰਡੀਗੜ੍ਹ ਦੀ ਮੀਟਿੰਗ ਮੇਰੀ ਖਤਮ ਹੋਈ ਔਰ ਮੈਂ 5:30 ਵਜੇ ਚੰਡੀਗੜ੍ਹ ਤੋਂ ਚੱਲੀ ਸੀ। ਇਸ ਕਰਕੇ ਮੈਂ ਉਸ ਦਿਨ ਦਾ ਪ੍ਰੋਗਰਾਮ ਰੱਦ ਕੀਤਾ ਸੀ ਕਿ ਫਿਰ ਕਿਸੇ ਦਿਨ ਦੁਬਾਰਾ ਰੱਖਾਂਗੇ। ਔਰ ਮੈਨੂੰ ਇਹ ਨਹੀਂ ਸੀ ਪਤਾ ਕਿ ਉਸ ਦਿਨ ਤੋਂ ਲੈ ਕੇ ਤੁਸੀਂ ਅੱਜ ਤੱਕ ਧਰਨੇ 'ਤੇ ਹੀ ਬੈਠੇ ਹੋ। ਫਿਰ ਲੱਖ ਲਾਹਨਤ ਹੈ ਸਾਡੇ 'ਤੇ
ਜੇ ਤੁਹਾਨੂੰ ਇਸ ਆਮ ਆਦਮੀ ਦੀ ਚੁਣੀ ਹੋਈ ਸਰਕਾਰ ਦੇ ਵੇਲੇ ਵੀ ਤੁਹਾਨੂੰ ਇਹ 21 ਦਿਨ ਧਰਨੇ ਤੇ ਬੈਠਣਾ ਪੈ ਜਾਵੇ ਬੰਦ ਕਰ ਲਓ। ਪਰ ਮੈਨੂੰ ਆਪਣੇ ਆਪ ਤੇ ਜਿਹੜੀ ਮੈਨੂੰ ਮਾਯੂਸੀ ਹੋ ਰਹੀ ਉਹ ਵੱਖਰੀ, ਪਰ ਮੈਨੂੰ ਤੁਹਾਡੇ ਤੇ ਗਿਲਾ ਇਹ ਆ ਕਿ ਤੁਸੀਂ ਮੇਰੇ ਤੇ ਭਰੋਸਾ ਨਹੀਂ ਕੀਤਾ। ਤੁਸੀਂ ਆਪਣੇ ਤੇ ਮੇਰੇ ਤੇ ਭਰੋਸਾ ਕਰਕੇ ਮੈਨੂੰ ਵੋਟਾਂ ਪਾਈਆਂ, ਜਿਤਾ ਕੇ ਅੱਗੇ ਲੈ ਕੇ ਆਏ ਹੋ, MLA ਬਣਾਇਆ, ਔਰ ਮੈਂ ਤੁਹਾਡੀ ਹਾਂ 100%। ਜੇ ਤੁਸੀਂ ਮੈਨੂੰ ਚੁਣ ਕੇ ਅੱਗੇ ਲੈ ਕੇ ਆਏ ਤਾਂ ਮੈਂ ਤੁਹਾਡੀ ਹਾਂ, ਮੈਂ ਤੁਹਾਡੇ ਹੱਕਾਂ ਵਾਸਤੇ ਖੜੀ ਹਾਂ, ਮੈਂ ਤੁਹਾਡੀ ਰੋਜ਼ੀ ਰੋਟੀ ਵਾਸਤੇ ਖੜੀ ਹਾਂ। ਮੇਰੀ ਚਿੰਤਾ ਹਰ ਵੇਲੇ ਤੁਹਾਡਾ ਜੀਵਨ ਪੱਧਰ ਉੱਚਾ ਚੁੱਕਣ ਦੀ ਆ, ਤੁਹਾਡੇ ਬੱਚਿਆਂ ਨੂੰ ਇਸ ਸਾਰੇ ਆ ਜੋ ਹੋ ਰਿਹਾ ਉਹਦੇ ਵਿੱਚੋਂ ਕੱਢਣ ਲਈ ਆ, ਨਿਆਣਿਆਂ ਲਈ ਚੰਗੀ ਪੜ੍ਹਾਈ ਲਿਖਾਈ ਦਾ ਸਾਧਨ ਕਰਨ ਵਾਸਤੇ ਆ, ਚੰਗੀ ਡਾਕਟਰੀ ਸਹੂਲਤ ਦੇਣ ਵਾਸਤੇ ਆ। ਤੁਹਾਨੂੰ ਬੇਘਰ ਕਰਨਾ ਮੇਰਾ ਕੋਈ ਮਕਸਦ ਨਹੀਂ ਹੈ, ਨਾ ਸਰਕਾਰ ਦਾ ਕੋਈ ਮਕਸਦ ਹੈ। ਸਰਕਾਰ ਇਹਦੇ ਵਾਸਤੇ ਕੋਈ ਨਾ ਕੋਈ ਹੱਲ ਆਪਣੇ ਤੌਰ ਤੇ ਕੱਢਣ ਜਾ ਰਹੀ ਆ, ਔਰ ਤੁਸੀਂ ਬਿਲਕੁਲ ਇਸ ਗੱਲੋਂ ਬੇਫਿਕਰ ਹੋ ਜਾਓ ਕਿ ਧੱਕੇ ਨਾਲ ਤੁਹਾਨੂੰ ਇੱਥੋਂ ਕੋਈ ਉਠਾਉਣ ਵਾਲਾ ਕੋਈ ਧਾੜ ਇੱਥੇ ਨਹੀਂ ਆਊਗੀ, ਕੋਈ ਧਾੜ ਇੱਥੇ ਨਹੀਂ ਆਊਗੀ, ਕੋਈ ਨਹੀਂ ਆਊਗਾ ਇੱਥੇ ਤੁਹਾਨੂੰ ਉਠਾਉਣ ਦੇ ਵਾਸਤੇ। ਤੁਸੀਂ ਮੈਨੂੰ ਇੱਕ ਵਾਰੀ ਜਾ ਕੇ ਪੁੱਛਿਆ ਹੁੰਦਾ, ਮੇਰੇ ਨਾਲ ਗੱਲ ਕੀਤੀ ਹੁੰਦੀ ਹੈ ਕਿ ਆਹ ਗੱਲ ਕਿੱਦਾਂ, ਤੁਸੀਂ ਉੱਪਰ ਤੱਕ ਸਾਰੇ ਕਹਿ ਕੇ ਰੱਖਿਆ, ਕੋਈ ਜ਼ੋਰ ਜ਼ਬਰਦਸਤੀ ਨਹੀਂ ਹੋਊਗੀ। ਹਾਲਾਂਕਿ ਜੋ ਹੋਊਗਾ ਤੁਹਾਡੇ ਲਈ ਹੋਊਗਾ, ਜਿਹੜੀ ਵੀ ਚੀਜ਼ ਤੁਹਾਡੇ ਬਿਹਤਰ ਹੋਊਗੀ, ਬੱਚਿਆਂ ਦੇ ਭਵਿੱਖ ਵਾਸਤੇ ਬਿਹਤਰ ਹੋਊਗੀ। ਤੁਹਾਡੇ ਇੱਥੇ ਆ ਜਿਹੋ ਜਿਹੇ ਹਾਲਾਤ ਮੈਂ ਦੇਖਦੀ ਹਾਂ, ਇਹਨੂੰ ਸੁਧਾਰਨ ਵਾਸਤੇ ਕੁਛ ਨਾ ਕੁਛ ਤਾਂ ਆਪਾਂ ਨੂੰ ਸਾਰਿਆਂ ਨੂੰ ਕਰਨਾ ਪੈਣਾ, ਪਰ ਤੁਹਾਨੂੰ ਬੇਘਰ ਕਰਕੇ ਉਹਦੇ ਉੱਤੇ ਕੋਈ ਮਹਿਲ ਨਹੀਂ ਉਸਾਰ ਲੈਣੇ ਕਿਸੇ ਨੇ, ਨਾ ਸਰਕਾਰ ਨੇ ਉਸਾਰ ਲੈਣੇ ਆ। ਉਹਦੇ ਵਾਸਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਕੋਈ ਪਾਲਿਸੀ ਬਣਾਉਣ ਜਾ ਰਹੀ ਆ, ਜਿਹੜੀ ਬਣ ਵੀ ਰਹੀ ਆ। ਸਾਡਾ ਸੈਸ਼ਨ ਲੱਗ ਰਿਹਾ, ਮੈਂ ਤੁਹਾਡਾ ਇਹ ਮੁੱਦਾ ਅੱਜ ਮੈਂ ਅਸਲ ਦੇ ਵਿੱਚ ਮੈਂ ਅੱਜ ਮੌਕਾ ਦੇਖਣ ਆਈ ਹਾਂ ਕਿ ਬਈ ਕਿਹੜੇ ਜ਼ਮੀਨਾਂ ਨੇ, ਕਿੱਥੇ ਤੁਸੀਂ ਬੈਠੇ ਹੋ, ਕਿਹੋ ਜਿਹੇ ਹਾਲਾਤ ਆ। ਔਰ ਇੱਕ ਹੋਰ ਜ਼ਰੂਰੀ ਗੱਲ ਸੀ ਕਿ ਇੱਕ ਪੁਲੀ ਆ ਇੱਥੇ ਜਿਹੜੀ ਤੁਹਾਡੇ ਬਣਨ ਵਾਲੀ, ਜਿਹਦੇ ਨਾਲ ਉਜਾੜਾ ਬਹੁਤ ਹੁੰਦਾ। 2 ਪੁਲੀਆਂ 2 ਮਨਜ਼ੂਰ ਕੀਤੀਆਂ ਜੀ, ਉਹ ਮੈਂ ਦੇਖਣਾ ਚਾਹੁੰਦੀ ਹਾਂ। ਜ਼ਰੂਰ ਮਨਜ਼ੂਰ ਹੁੰਦੀਆਂ ਤਾਂ ਬਣ ਜਾਂਦੀਆਂ ਜੀ, ਹੁਣ ਤੱਕ ਲੱਗ ਹੀ ਗਿਆ ਇੱਥੇ ਨਾਲ ਹੀ। ਜੇ ਮਨਜ਼ੂਰ ਹੋਈਆਂ ਹੁੰਦੀਆਂ ਤਾਂ ਹੁਣ ਤੱਕ ਬਣ ਜਾਂਦੀਆਂ। ਝੂਠ ਮਾਰਦਾ ਆ ਪਿਛਲੇ ਦਿਨਾਂ ਦੇ ਵਿੱਚ ਇੱਥੇ ਤਲਵੰਡ ਦੇ ਇਲਾਕੇ ਦੇ ਵਿੱਚ ਅੱਗ ਲੱਗ ਗਈ ਸੀ, ਬਹੁਤ ਸਾਰਾ 150-200 ਕਿੱਲਾ ਨਾੜ ਦਾ ਤੇ ਕਣਕ ਦਾ ਸੜ ਕੇ ਸਵਾਹ ਹੋ ਗਿਆ ਸੀ। ਉਸ ਦਿਨ ਮੈਨੂੰ ਪਤਾ ਲੱਗਿਆ ਸੀ ਕਿ ਇੱਥੇ ਇੱਕ ਡਰੇਨ ਪੈਂਦੀ ਹੈ, ਜਿਹਦੀ ਵਜ੍ਹਾ ਦੇ ਨਾਲ ਸੈਂਕੜੇ ਏਕੜ ਫਸਲ ਹਰ ਸਾਲ 'ਚ 2 ਵਾਰੀ ਖਰਾਬ ਹੁੰਦੀ ਆ, ਔਰ ਉਹ 35 ਸਾਲ ਤੋਂ ਕੋਈ ਸਫਾਈ ਨਹੀਂ ਸੀ ਹੋਈ। ਉਹ ਦਿਨਾਂ ਦੇ ਵਿੱਚ ਆਪਾਂ ਉਹਦਾ ਕਰਵਾ ਕੇ ਐਸਟੀਮੇਟ ਟੈਂਡਰ ਲਵਾ ਕੇ ਹੁਣ ਮੇਰੇ ਖਿਆਲ 10-12 ਦਿਨ ਮਸ਼ੀਨ ਚੱਲਦੀ ਨੂੰ ਹੋ ਗਿਆ। ਆਉਣ ਵਾਲੇ ਸਮੇਂ ਦੇ ਵਿੱਚ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਤੁਸੀਂ, ਮੇਰਾ ਕੋਈ ਆਪਣਾ ਟਾਈਮ ਹੀ ਨਹੀਂ ਹੈ, ਮੈਨੂੰ ਆਪਣੇ ਲਈ ਕੁਝ ਚਾਹੀਦਾ ਹੀ ਨਹੀਂ ਹੈ। ਮੈਂ ਜੇ ਇੱਕ ਮਿੰਟ ਲਾਉਣਾ ਤਾਂ ਉਹ ਤੁਹਾਡੇ ਵਾਸਤੇ ਲਾਉਣਾ, ਤੁਹਾਡੇ ਨੁਕਸਾਨ ਵਾਸਤੇ ਥੋੜੀ ਲਾਉਂਗੀ। ਤੁਸੀਂ ਇਸ ਗੱਲੋਂ ਤੁਹਾਨੂੰ ਬੇਫਿਕਰ ਬੇਧੜਕ ਹੋ ਜਾਣਾ ਚਾਹੀਦਾ ਕਿ ਸਰਕਾਰ ਆਮ ਲੋਕਾਂ ਦੀ ਆ, ਅਸੀਂ ਧਨਾਡਾਂ ਵਾਸਤੇ ਨਹੀਂ ਹੈਗੇ। ਧਨਾਡਾਂ ਲਈ ਬਥੇਰੀਆਂ ਲੁੱਟਾਂ ਮਾਰੀਆਂ ਹੋ ਗਈਆਂ 75 ਸਾਲ, ਉਹਨਾਂ ਵਾਸਤੇ ਰਹੀਆਂ ਸਰਕਾਰਾਂ। ਹੁਣ ਮੈਂ ਤੁਹਾਡੇ ਵਿੱਚੋਂ ਆ, ਮੈਂ ਇੱਕ ਆਮ ਇਨਸਾਨ, ਆਮ ਘਰ ਦੀ ਧੀ ਆ। ਮੈਂ ਤੁਹਾਡੇ ਵਾਸਤੇ ਪਹਿਲ ਦੇ ਆਧਾਰ ਤੇ ਸੋਚੂੰਗੀ। ਸਰਕਾਰ ਵਾਸਤੇ ਮੇਰੇ ਬਹੁਤ ਸਾਰੇ ਫਰਜ਼ ਬਣਦੇ ਆ। ਮੈਂ ਇੱਕ MLA ਆ, ਮੈਂ ਇੱਕ ਪਾਰਟੀ ਦਾ ਨੁਮਾਇੰਦਾ ਆ। ਉਹਨਾਂ ਨੇ ਮੈਨੂੰ ਮੌਕਾ ਦਿੱਤਾ, ਟਿਕਟ ਦਿੱਤੀ, ਤੁਸੀਂ ਮੈਨੂੰ ਮੌਕਾ ਦੇ ਕੇ ਜਿਤਾਇਆ। ਉਹਦੇ ਬਾਵਜੂਦ ਸਰਕਾਰ ਹੀ ਆਮ ਲੋਕਾਂ ਦੀ ਆ, ਤੁਹਾਡੀਆਂ ਦੁੱਖ ਤਕਲੀਫਾਂ ਦੂਰ ਕਰਨ ਵਾਸਤੇ ਹੀ ਆਏ ਆ। ਪਰ ਤੁਸੀਂ ਆਪਣਾ ਭਰੋਸਾ ਜਿਹੜਾ ਉਹਨੂੰ ਬਣਾ ਕੇ ਰੱਖੋਗੇ। ਅੱਗੇ ਤੋਂ ਵੀ ਮੈਂ ਕਿਸਾਨ ਜਥੇਬੰਦੀਆਂ ਨੂੰ, ਮਜ਼ਦੂਰ ਭਰਾਵਾਂ ਨੂੰ, ਖਾਸ ਕਰਕੇ ਇਹ ਸਾਰਾ ਮਜ਼ਦੂਰ ਵਰਗ ਬੈਠਾ, ਔਰ ਤੁਸੀਂ ਕਿੱਦਾਂ ਸੋਚ ਲਿਆ ਕਿ ਵੀ ਕਿਸੇ ਮਜ਼ਦੂਰ ਨੂੰ ਉਜਾੜ ਕੇ ਅਸੀਂ ਇੱਥੇ ਕੋਈ ਹੋਰ ਕੰਮ ਕਰਾਂਗੇ। ਬਿਲਕੁਲ ਇਹੋ ਜਿਹਾ ਕੁਝ ਨਹੀਂ ਹੋਊਗਾ। ਬੇਫਿਕਰ ਹੋ ਕੇ ਤੁਸੀਂ ਆਪਣੇ ਘਰਾਂ ਨੂੰ ਜਾਓ। ਇਹ ਮਜ਼ਦੂਰਾਂ ਦੀ ਸਰਕਾਰ ਆ, ਇਹ ਗਰੀਬ ਗੁਰਬਿਆਂ ਦੀ ਸਰਕਾਰ ਆ, ਇਹ ਆਮ ਲੋਕਾਂ ਦੀ ਸਰਕਾਰ ਆ। ਔਰ ਤੁਸੀਂ ਮਾਨ ਸਾਹਿਬ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਆ ਕਿ ਵੀ ਉਹ ਕੋਈ ਵੀ ਇਹੋ ਜਿਹਾ ਕੰਮ ਕਦੀ ਨਹੀਂ ਕਰਨਗੇ ਜਿਹਦੇ ਨਾਲ ਗਰੀਬ ਗੁਰਬੇ ਦਾ ਕੋਈ ਵੀ ਨੁਕਸਾਨ ਹੁੰਦਾ ਹੋਵੇ। ਆਉਣ ਵਾਲੇ ਦਿਨਾਂ ਦੇ ਵਿੱਚ ਵੀ ਆਪਾਂ ਇਹੀ ਕਰਨਾ। ਤੁਹਾਡੀ ਰਾਏ ਤੋਂ ਬਿਨਾਂ, ਤੁਹਾਡੇ ਸਲਾਹ ਮਸ਼ਵਰੇ ਬਿਨਾਂ ਕੋਈ ਕਦਮ ਇੱਥੇ ਨਹੀਂ ਚੁੱਕਿਆ ਜਾਊਗਾ। ਮੈਂ ਤਾਂ ਤੁਹਾਨੂੰ ਕਦੇ ਵੀ ਇੱਦਾਂ ਨਾ ਬੈਠਣਾ ਪਵੇ। ਮੇਰੇ ਲਈ ਇਹ ਬਹੁਤ ਨਮੋਸ਼ੀ ਵਾਲੀ ਗੱਲ ਹੈ, ਔਰ ਮੈਨੂੰ ਕੱਲ ਹੀ ਪਤਾ ਲੱਗਿਆ ਸੀ। ਮੈਂ ਕੱਲ ਹੀ ਆਉਣਾ ਚਾਹੁੰਦੀ ਸੀ, ਪਰ ਕੱਲ ਕੋਈ ਉਦੋਂ ਅੱਗੇ ਪ੍ਰੋਗਰਾਮ ਰੱਖੇ ਹੋਏ ਸੀਗੇ ਤੇ ਨਹੀਂ ਮੈਂ ਪਹੁੰਚ ਸਕੀ। ਇਸੇ ਕਰਕੇ ਅੱਜ ਪਹਿਲ ਦੇ ਆਧਾਰ ਤੇ ਤੁਹਾਡਾ ਇਹ ਰੱਖਿਆ। ਮੇਰੇ ਲਈ ਕੋਈ ਮਨ ਵਾਲੀ ਗੱਲ ਨਹੀਂ। ਜੇ ਤੁਹਾਨੂੰ ਇੱਥੇ ਬੈਠਣਾ ਪੈ ਜਾਵੇ ਤਾਂ ਮੇਰੇ ਲਈ ਕੋਈ ਮਨ ਵਾਲੀ, ਸਰਕਾਰ ਵਾਸਤੇ ਇਹ ਕੋਈ ਮਨ ਵਾਲੀ ਗੱਲ ਨਹੀਂ। ਜੇ ਮਜ਼ਦੂਰ ਨੂੰ ਇੱਦਾਂ ਬੈਠਣਾ ਪੈ ਗਿਆ ਤਾਂ ਆਪਾਂ ਸਭ ਨੇ ਮਿਲ ਜੁਲ ਕੇ ਚਲਾਉਣਾ, ਸਭ ਨੇ ਮਿਲ ਜੁਲ ਕੇ ਆਪਾਂ ਇਸ ਹਲਕੇ ਦੀ ਨੁਹਾਰ ਬਦਲਣੀ ਆ। ਤੁਹਾਡੇ ਲਈ ਵਾਸਤੇ ਬਦਲ ਲੈ ਕੇ ਆਉਣੇ ਆ। ਮੈਂ ਇੱਥੇ ਕੋਈ ਫੈਕਟਰੀ ਲੈ ਕੇ ਆਉਣਾ ਚਾਹੁੰਦੀ ਆ, ਕੋਈ ਇੰਡਸਟਰੀ ਲੈ ਕੇ ਆਉਣਾ ਚਾਹੁੰਦੀ ਆ। ਤੁਹਾਨੂੰ ਸਾਰਿਆਂ ਨੂੰ ਕੰਮਕਾਰ ਮਿਲਣ, ਬੀਬੀਆਂ ਨੂੰ ਕੰਮਕਾਰ ਮਿਲਣ, ਚੰਗੇ ਸਕੂਲ ਬਣਾਉਣੇ ਆ, ਚੰਗੇ ਹਸਪਤਾਲ ਬਣਾਉਣੇ, ਤਾਂ ਕਿ ਸਾਰੀਆਂ ਸੁੱਖ ਸਹੂਲਤਾਂ ਤੁਹਾਡੀਆਂ ਜਿਹੜੀਆਂ ਤੁਹਾਨੂੰ ਇੱਥੇ ਦਿੱਤੀਆਂ ਜਾ ਸਕਣ। ਬੇਸ਼ੱਕ ਸਾਡੇ ਮੁੱਦੇ ਨੂੰ ਮੁੱਖ ਰੱਖ ਕੇ ਹੋ ਜਾਏ,
ਮੈਂ ਇਸ ਮੁੱਦੇ ਨੂੰ ਵਿਧਾਨ ਸਭਾ 'ਚ ਵੀ ਰੱਖ ਸਕਦੀ ਹਾਂ। ਮੈਂ ਇਸ ਮੁੱਦੇ ਨੂੰ ਸਿੱਧਾ ਸੀਐਮ ਸਾਹਿਬ ਦੇ ਨਾਲ ਡਿਸਕਸ ਵੀ ਕਰ ਸਕਦੀ ਹਾਂ। ਸੰਬੰਧਿਤ ਮਿਨਿਸਟਰ ਦੇ ਨਾਲ ਮੇਰੀ ਗੱਲਬਾਤ ਰੋਜ਼ ਹੀ ਇਸ ਵਿਸ਼ੇ ਤੇ ਚੱਲਦੀ ਹੈ। ਇੱਕ ਵਾਰੀ ਮੈਂ ਗੱਲ ਜ਼ਰੂਰ ਕਰਦੀ ਹਾਂ ਕਿ ਜੀ ਸਾਡੇ ਆ ਜ਼ਮੀਨਾਂ ਸੀ ਉਹਨਾਂ ਦਾ ਕਿਵੇਂ ਹੱਲ ਕਰਨਾ। ਔਰ ਤੁਸੀਂ ਬਿਲਕੁਲ ਇਹ ਭੁੱਲ ਜਾਓ ਕਿ ਵੀ ਤੁਸੀਂ ਮੇਰੇ ਮਨਾਂ ਦੇ ਵਿੱਚੋਂ ਨਿਕਲੇ ਹੋਏ ਜਾਂ ਤੁਹਾਡੇ ਮੁੱਦੇ ਮੇਰੇ ਦਿਮਾਗ 'ਚ ਨਹੀਂ। ਮੇਰਾ ਕੰਮ ਹੀ ਇਹ ਆ। ਮੈਂ ਘਰ-ਬਾਰ ਬਾਰੇ ਸੋਚਣਾ ਛੱਡਿਆ ਹੋਇਆ। ਮੈਂ ਕੱਲੀ ਜਿਹੜੀਆਂ ਇੱਥੇ ਸਮੱਸਿਆਵਾਂ ਨੇ ਤੁਹਾਡੇ ਵਾਸਤੇ ਹਰ ਵੇਲੇ ਸਾਰਾ ਸਮਾਂ ਮੇਰਾ ਤੁਹਾਡੇ ਲਈ ਆ। ਬੇਫਿਕਰ ਹੋ ਕੇ ਰਹੋ, ਆਪਣੇ ਘਰਾਂ 'ਚ ਬੈਠੋ, ਸੁੱਖ ਸ਼ਾਂਤੀ ਦੇ ਨਾਲ ਰਹੋ, ਕੋਈ ਤੁਹਾਨੂੰ ਨਹੀਂ ਛੇੜੂਗਾ। ਇਹ ਮੇਰਾ ਤੁਹਾਡੇ ਨਾਲ ਵਾਅਦਾ। ਜਿੱਦਣ ਕੋਈ ਗੱਲਬਾਤ ਜਿਸ ਤਰ੍ਹਾਂ ਦੀ ਵੀ ਕੋਈ ਗੱਲਬਾਤ ਹੋਊਗੀ, ਤੁਹਾਡੇ ਮੋਹਤਬਾਰ ਜਿਹੜੇ ਤੁਸੀਂ ਨਿਯੁਕਤ ਕਰੋਗੇ ਉਹ ਤੁਹਾਡੇ ਤੱਕ ਪਹੁੰਚਾਇਆ ਕਰਨਗੇ। ਮੈਂ ਉਹਨਾਂ ਨੂੰ ਫੋਨ ਕਰਕੇ ਬੁਲਾਉਂਗੀ, ਜੇ ਮੈਨੂੰ ਜ਼ਰੂਰਤ ਪਊਗੀ ਮੈਂ ਹਾਜ਼ਰ ਹੋ ਜਾ ਕਰੂੰਗੀ। ਔਰ ਤੁਸੀਂ ਇਸ ਚੀਜ਼ ਬੇਫਿਕਰ ਹੋ ਜਾਓ। ਆਉਣ ਵਾਲੇ ਦਿਨਾਂ 'ਚ ਸਰਕਾਰ ਦੇ ਨਾਲ ਗੱਲਬਾਤ ਕਰਕੇ ਜਿਹੜਾ ਵਧੀਆ ਰਸਤਾ ਤੁਹਾਡੇ ਵਾਸਤੇ ਨਿਕਲਦਾ ਹੋਊਗਾ, ਤੁਸੀਂ ਇਹ ਮੈਨੂੰ ਮੰਨ ਕੇ ਚੱਲਿਓ ਕਿ ਤੁਸੀਂ ਆ ਜਾਂ ਮੈਂ ਆ ਇੱਕੋ ਹੀ ਗੱਲ ਆ। ਇੰਨਾ ਭਰੋਸਾ ਕਰ ਲਿਓ, ਜਿਹੜਾ ਵੀ ਕੋਈ ਫੈਸਲਾ ਸਰਕਾਰ ਤੋਂ ਲੈ ਕੇ ਆਊਗੀ ਤੁਹਾਡੇ ਹੱਕ 'ਚ ਲੈ ਕੇ ਆਉਂਗੀ। ਜਿਹੜਾ ਮੈਨੂੰ ਲੱਗੂਗਾ ਕਿ ਵੀ ਤੁਹਾਡਾ ਕੋਈ ਨੁਕਸਾਨ ਨਹੀਂ ਹੁੰਦਾ ਉਹ ਲੈ ਕੇ ਆਵਾਂਗੇ। ਔਰ ਇਹਦੇ ਵਾਸਤੇ ਸਮਾਂ ਮੈਨੂੰ ਚਾਹੀਦਾ, ਮੈਨੂੰ ਟਾਈਮ ਦੀ ਜ਼ਰੂਰਤ ਹੈ। ਔਰ ਉਸ ਟਾਈਮ ਤੱਕ ਤੁਸੀਂ ਬਿਲਕੁਲ ਕਿਸੇ ਕਿਸਮ ਦਾ ਤੁਹਾਨੂੰ ਨਿਸ਼ਚਿੰਤ ਹੋ ਕੇ ਆਪਣੇ ਕੰਮਕਾਰ ਕਰੋ। ਫਸਲ ਦਾ ਟਾਈਮ ਹੈ, ਆਪਣੀਆਂ ਫਸਲਾਂ ਬੀਜੋ, ਸਭ ਕੁਝ ਕਰੋ। ਮਜ਼ਦੂਰਾਂ ਦਾ ਆਪਣੀ ਛੱਡ ਕੇ ਦਿਹਾੜੀ ਕੰਮ ਕਰ ਬੈਠਣਾ ਬਹੁਤ ਔਖਾ। ਔਰ ਯਕੀਨ ਰੱਖਿਓ, ਹੁਣ ਮੈਂ ਥੋੜ੍ਹਾ ਬਹੁਤਾ ਜ਼ਰੂਰ ਤੁਹਾਡਾ ਇੱਧਰ ਦੇਖਣਾ ਚਾਹੁੰਦੀ ਹਾਂ ਕਿ ਵੀ ਕਿੱਥੇ ਤੁਸੀਂ ਬੈਠੇ ਆ ਕਿ ਕਿਉਂਕਿ ਮੈਂ ਅੱਗੇ ਜਾ ਕੇ ਦੱਸਣਾ, ਮੈਂ ਗੱਲ ਕਰਨੀ ਆ। ਜਿਵੇਂ ਮੈਂ ਤੁਹਾਡੇ ਕੋਲ 10 ਬੰਦੇ ਮੰਗ ਲਈ ਆ, ਮੈਂ ਉਹਨਾਂ 10 ਤੋਂ ਬਾਅਦ ਇੱਕ ਮੈਂ ਆ ਜਿਹਨੇ ਉੱਪਰ ਜਾ ਕੇ ਗੱਲ ਕਰਨੀ ਆ, ਦੱਸਣਾ ਸਾਰਾ ਕੁਝ। ਕਦੀ ਲੋੜ ਪਊਗੀ ਤਾਂ ਤੁਹਾਡੇ ਨਾਲ ਵੀ ਗੱਲਬਾਤ ਕਰਵਾਈ ਜਾਊਗੀ, ਬੁਲਾ ਕੇ ਜਿਹੜੇ 10 ਬੰਦੇ ਹੋਣਗੇ ਕਿ ਸਾਡੀਆਂ ਆਹ ਸਮੱਸਿਆਵਾਂ ਨੇ। ਪਰ ਮੈਨੂੰ ਆਪਣੇ ਤੇ ਵੀ ਭਰੋਸਾ ਕਿ ਮੈਂ ਹੱਲ ਕਰਵਾ ਸਕਦੀ ਹਾਂ, ਇਸ ਕਰਕੇ ਕਰਵਾਵਾਂਗੇ। ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ।